वेलकम टू यू ऑन चैनल ऑफ इंग्लिश पीएससीबी इंग्लिश। आज आप करने जा रहे हैं रेनबो ऑफ इंग्लिश चैप्टर 2 सेक्शन ए चैप्टर 2 द मार्च किंग, जो कि कैथरीन लिटिल बेकलेस द्वारा लिखा गया है। आओ फिर शुरू करते हैं। चैप्टर शुरू करने तो पहले थोड़ा ध्यान डिफिकल्ट वर्ड्स या कीवर्ड्स वाल मार लिए, क्योंकि ਜਿਹੜੇ कीवर्ड्स ने आगे ਜਿਹੜਾ ਤੁਹਾਡਾ ਆਨਸਰ ਹੈ ਉਹਨੂੰ ਹੋਰ ਅਟਰੈਕਟਿਵ ਬਣਾਉਣ ਵਿੱਚ ਤੁਹਾਡੀ ਮਦਦ ਕਰਦੇ ਨੇ। तो अगर आंसर अट्रैक्टिव होएगा ਤਾਂ ही मार्क्स अट्रैक्टिव होंगे। फिर आओ एक नजर मारते हैं डिफिकल्ट वर्ड्स पर। सो ਤੁਹਾਡਾ ਪਹਿਲਾ डिफिकल्ट वर्ड है मार्च। मार्च ਕੀ ਹੁੰਦਾ ਹੈ? ਇੱਕ ਮਿਊਜ਼ਿਕ ਜਿਹਦੇ ਉੱਪਰ ਪਰੇਡ ਕੀਤੀ ਜਾਂਦੀ ਹੈ। ਉਸ ਤੋਂ ਅਗਲਾ ਵਰਡ ਹੈਗਾ ਮਰੀਨ। ਮਰੀਨ ਹੁੰਦੇ ਨੇ ਸੋਲਜਰਸ ਜਿਹੜੇ ਕਿ ਦੋਵੇਂ ਲੈਂਡ ਅਤੇ ਸੀ ਦੋਵਾਂ ਲਈ ਟ੍ਰੇਨ ਹੁੰਦੇ ਨੇ, ਸਮੁੰਦਰ ਅਤੇ ਜ਼ਮੀਨ ਦੋਵਾਂ ਲਈ ਟ੍ਰੇਨ ਕੀਤੇ ਜਾਂਦੇ ਨੇ। ਬ੍ਰਾਸ ਸੈਕਸ਼ਨ। ਬ੍ਰਾਸ ਸੈਕਸ਼ਨ ਹੁੰਦਾ ਪਿੱਤਲ ਦੇ ਬਣੇ ਬੈਂਡ ਦੇ ਸਾਜ਼। ਵਿਲਕ, ਅੱਖ ਮਾਰਨ ਨੂੰ ਵਿਲਕ ਕਿਹਾ ਜਾਂਦਾ ਹੈ। ਗ੍ਰਿੰਡ, ਬਹੁਤ ਵੱਡੀ ਸਾਰੀ ਮੁਸਕਰਾਹਟ ਦੇਣ ਨੂੰ ਗ੍ਰਿੰਡ ਕਿਹਾ ਜਾਂਦਾ ਹੈ। ਨੈਕਸਟ ਇਜ਼ ਵਾਊਟ, ਕਸਮ ਖਾਨ ਨੂੰ ਵਾਊਟ ਕਹਿੰਦੇ ਨੇ। ਨੈਕਸਟ ਇਜ਼ ਕਨਸਰਟ, ਸੰਗੀਤ ਸਭਾ ਨੂੰ ਕਨਸਰਟ ਕਹਿੰਦੇ ਨੇ। ਨੈਕਸਟ ਇਜ਼ ਪਫਿੰਗ, ਤੇਜ਼ੀ ਨਾਲ ਸਾਹ ਲੈਣ ਨੂੰ ਪਫਿੰਗ ਕਹਿੰਦੇ ਨੇ। ਸੱਪਰ, ਸੱਪਰ ਈਵਨਿੰਗ ਮੀਲ ਹੁੰਦੀ ਹੈ, ਸ਼ਾਮ ਦਾ ਜਿਹੜਾ ਖਾਣਾ ਹੁੰਦਾ ਉਹਨੂੰ ਸੱਪਰ ਕਹਿੰਦੇ ਨੇ। ਨੈਕਸਟ ਯੈਲਡ, ਚਿਲਾਨ ਨੂੰ ਯੈਲਡ ਕਹਿੰਦੇ ਨੇ। ਨਿੰਬਲ, ਚੁਸਤ ਬੰਦੇ ਨੂੰ ਨਿੰਬਲ ਕਹਿੰਦੇ ਨੇ। ਟੱਕ, ਕੱਪੜੇ ਨੂੰ ਅੰਦਰ ਮੋੜਨ ਨੂੰ ਟੱਕ ਕਹਿੰਦੇ ਨੇ। ਨੈਕਸਟ ਸਲਕ, ਜਦੋਂ ਕੋਈ ਰੋਂਦਾ ਹੈ ਜਾਂ ਦੁਖੀ ਹੁੰਦਾ ਹੈ ਉਹਨੂੰ ਸਲਕ ਕਹਿੰਦੇ ਨੇ। ਟ੍ਰਿਫਲ, ਛੋਟੀ ਜਿਹੀ ਗੱਲ ਨੂੰ ਟ੍ਰਿਫਲ ਕਿਹਾ ਜਾਂਦਾ ਹੈ। ਸਪੈਡ ਬਾਏ, ਲਾਗੋਂ ਦੀ ਬਹੁਤ ਤੇਜ਼ੀ ਨਾਲ ਨਿਕਲਣ ਨੂੰ ਸਪੈਡ ਬਾਏ ਕਹਿੰਦੇ ਨੇ। ਫਲਫੀ, ਫਲਫੀ ਤਾਂ ਤੁਹਾਨੂੰ ਪਤਾ ਹੀ ਹੈ, ਸੌਫਟ ਹਲਕਾ ਜਿਹਾ ਤੇ ਜਿਹਦੇ ਵਿੱਚ 에ਅਰ ਕੰਟੇਨ ਹੋਏ ਉਹਨੂੰ ਫਲਫੀ ਕਹਿੰਦੇ ਨੇ। ਬੈਲੂਨ, ਬੈਲੂਨ ਟਾਈਪ। ਐਪਲਾਉਡਡ ਹੁੰਦਾ ਹੈ ਪ੍ਰੇਜ਼ ਕਰਨਾ, ਕਿਸੇ ਦੀ ਤਾਰੀਫ ਕਰਨਾ। ਸਪਾਰਕਲਿੰਗ, ਸ਼ਾਈਨਿੰਗ, ਚਮਕਣਾ। ਤੁਸੀਂ ਡਿਫਿਕਲਟ ਵਰਡਸ ਵੇਖੇ ਨੇ। ਹੁਣ ਆਪਾਂ ਚੈਪਟਰ ਸ਼ੁਰੂ ਕਰਦੇ ਹਾਂ। ਪੂਰੀ ਸਟੋਰੀ ਬੇਸ ਹੈ ਇੱਕ ਬॉय ਤੇ। ਉਹ ਬॉय ਕੌਣ ਹੈ? ਉਸ ਬॉय ਨੂੰ ਇੱਥੇ ਮਾਰਚ ਮੂਵੀ ਕਿਹਾ ਗਿਆ। ਜੋਹਨ ਫਿਲਿਪ ਸੋਸਾ ਨਾਮ ਦਾ ਇੱਕ ਬॉय ਹੈ ਜਿਸ ਦੇ ਉੱਪਰ ਆ ਪੂਰੀ ਸਟੋਰੀ ਜਿਹੜੀ ਹੈ ਬੇਸ ਹੈ। ਆ ਸਟੋਰੀ ਜਿਹੜੀ ਹੈ ਆ कैथरीन लिटिल बेकलेस ने लिखी है, ਤੁਹਾਨੂੰ ਮੈਂ ਪਹਿਲੇ ਦੱਸਦੀ। 1880s ਦੀ ਸਟੋਰੀ ਹੈ, ਤੁਹਾਨੂੰ ਮਿਲ ਜਾਏਗਾ ਵਿੱਚ। 1880s ਦੀ ਸਟੋਰੀ ਹੈ ਤੇ ਸਟਾਰਟ ਕਿੱਥੋਂ ਹੁੰਦੀ ਹੈ? ਇੱਕ ਬॉय ਜਿਸ ਦਾ ਨਾਮ ਜੋਹਨ ਫਿਲਿਪ ਸੋਸਾ, ਉਹ ਆਪਣੀ ਮਦਦ ਦੇ ਨਾਲ ਇੱਕ ਕੋਨੇ ਵਿੱਚ ਖਲੋ ਕੇ ਪਰੇਡ ਦੇਖ ਰਿਹਾ ਹੁੰਦਾ ਹੈ, ਮਿਲਟਰੀ ਦੀ ਪਰੇਡ ਦੇਖ ਰਿਹਾ ਹੁੰਦਾ ਹੈ। ਜਿੱਥੇ ਉਹ ਖੜਾ ਸੀ ਉੱਥੋਂ ਯੂਨਾਈਟਿਡ ਸਟੇਟਸ ਦਾ ਅਮਰੀਕਾ ਦਾ ਜਿਹੜਾ ਬੈਂਡ ਸੀਗਾ, ਮਰੀਨ ਬੈਂਡ, ਉਹ ਬਹੁਤ ਤੇਜ਼ੀ ਨਾਲ ਨਿਕਲ ਰਿਹਾ ਸੀ। ਉਸ ਬੈਂਡ ਦੇ ਵਿੱਚ ਉਸਦੇ ਫਾਦਰ ਵੀ ਸੀ, ਜੋ ਕਿ ਬ੍ਰਾਸ ਬੈਂਡ ਦੇ ਨਾਲ ਜਾ ਰਹੇ ਸੀ। ਫਾਦਰ ਹੁਣ ਆਪਣੇ ਬੇਟੇ ਨੂੰ ਵੇਖ ਕੇ ਅੱਖ ਮਾਰਦੇ ਨੇ ਤੇ ਅੱਗੋਂ ਬੇਟਾ ਵੀ ਖੁਸ਼ੀ ਦੇ ਨਾਲ ਸਮਾਈਲ ਦਿੰਦਾ ਹੈ। ਫਿਲਿਪ ਨੂੰ ਬੈਂਡ ਚੰਗੇ ਲੱਗਦੇ ਸੀ ਤੇ 1880s ਦੇ ਵਿੱਚ ਪੂਰੀ ਅਮਰੀਕਾ ਦੀ ਜਿਹੜੀ ਕੈਪੀਟਲ ਵਾਸ਼ਿੰਗਟਨ ਸੀਗੀ ਉਹ ਵੀ ਬੈਂਡਸ ਨਾਲ ਭਰੀ ਹੋਈ ਸੀ। ਮਿਊਜ਼ਿਕ ਦਾ ਉੱਥੇ ਲੋਕਾਂ ਨੂੰ ਬਹੁਤ ਚਾਅ ਸੀ ਤੇ ਉਸ ਤਰ੍ਹਾਂ ਹੀ ਫਿਲਿਪ ਨੂੰ ਬਹੁਤ ਚਾਅ। ਇੱਕ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਸੀ, ਉਹ ਇੱਕ ਸੰਗੀਤਕਾਰ ਬਣਨਾ ਚਾਹੁੰਦਾ ਸੀ। 5 ਸਾਲ ਦੀ ਉਮਰ ਵਿੱਚ ਫਿਲਿਪ ਨੇ ਇੱਕ ਮਿਊਜ਼ਿਕ ਸਕੂਲ ਨੂੰ ਜੁਆਇਨ ਕੀਤਾ। ਉੱਥੇ ਉਹ ਬਹੁਤ ਸਾਰੇ ਇਨਸਟਰੂਮੈਂਟਸ ਨੂੰ ਵਜਾਉਣਾ ਸਿੱਖ ਗਿਆ, ਪਰ ਉਸ ਨੂੰ ਵਾਇਲਿਨ ਵਜਾਉਣਾ ਸਭ ਤੋਂ। ਪਰ ਕਹਿੰਦੇ ਨੇ ਇੱਕ ਤੇ ਪੈਸ਼ਨ ਹੁੰਦਾ, ਦੂਸਰਾ ਹੌਬੀ ਹੁੰਦੀ। ਉਸ ਦਾ ਪੈਸ਼ਨ ਮਿਊਜ਼ਿਕ ਸੀ ਤੇ ਉਸ ਦੀ ਹੌਬੀ ਬੇਸਬਾਲ ਸੀ। ਹੁਣ ਇਸ ਬੇਸਬਾਲ ਖੇਡਣ ਨੇ ਉਸ ਨੂੰ ਇੱਕ ਦਿਨ ਫਸਾ ਵੀ ਦਿੱਤਾ। ਇੱਕ ਵਾਰੀ ਸਕੂਲ ਦੀ ਇੱਕ ਕਨਸਰਟ ਸੀਗੀ, ਸੰਗੀਤ ਦੀ ਸਭਾ ਸੀ। ਇਸ ਵਾਰੀ ਵਾਇਲਿਨ ਵਜਾਉਣ ਲਈ ਫਿਲਿਪ ਨੂੰ ਚੂਜ਼ ਕੀਤਾ ਗਿਆ ਸੀ, ਪਰ ਕਨਸਰਟ ਵਾਲੇ ਦਿਨ ਹੀ ਫਿਲਿਪ ਬੇਸਬਾਲ ਖੇਡਣ ਚਲੇ ਗਿਆ। ਜਦੋਂ ਫਿਲਿਪ ਵਾਪਸ ਆਇਆ ਤੇ ਉਸਦੇ ਕੱਪੜੇ ਬਿਲਕੁਲ ਹੀ ਗੰਦੇ ਹੋ ਚੁੱਕੇ ਸੀ। ਉਹ ਵੀ ਬਿਲਕੁਲ ਗੰਦਾ ਹੋ ਚੁੱਕਾ ਸੀ, ਉਸਦੇ ਕੱਪੜੇ ਵੀ ਬਿਲਕੁਲ ਗੰਦੇ ਹੋ ਚੁੱਕੇ ਸੀ। ਉਹ ਜਦੋਂ ਸ਼ਾਮ ਨੂੰ ਵਾਪਸ ਆਇਆ ਤੇ ਉਸਨੇ ਕੀ ਦੇਖਿਆ? ਉਸਦੀ ਮਦਰ ਘਰ ਨਹੀਂ ਸੀ। ਉਹ ਕਿਚਨ ਵੱਲ ਗਿਆ ਤੇ ਉਸਦੇ ਟੇਬਲ ਦੇ ਉੱਪਰ ਸੈਂਡਵਿਚਸ ਪਏ ਸੀ ਤੇ ਇੱਕ ਨੋਟ ਪਿਆ ਸੀਗਾ। ਨੋਟ ਤੇ ਲਿਖਿਆ ਸੀਗਾ ਕਿ ਉਸਦੀ ਮਦਰ
ਆਪਣੇ ਕਿਸੇ ਫਰੈਂਡ ਨੂੰ ਮਿਲਣ ਚੱਲੇ ਕਿ ਜੋ ਕਿ ਠੀਕ ਨਹੀਂ ਹੈਗੇ, ਜੋ ਕਿ ਬਿਮਾਰ ਨੇ, ਉਹਨਾਂ ਨੂੰ ਮਿਲਣ। ਆ ਵੀ ਲਿਖਿਆ ਸੀਗਾ ਕਿ ਉਹ ਸ਼ਾਮ ਤੱਕ ਵਾਪਸ ਆਉਣਗੇ। ਫਿਲਿਪ ਹੁਣ ਸੋਚਣ ਲੱਗ ਪਿਆ ਕਿ ਹੁਣ ਮੈਂ ਕੀ ਕਰਾਂ। ਉਸਨੇ ਜਾ ਕੇ ਵੇਖਿਆ ਤੇ ਘਰ ਵਿੱਚ ਕੋਈ ਵੀ ਵਾਈਟ ਸ਼ਰਟ ਨਹੀਂ ਸੀ ਹੈਗੀ, ਸਾਰੀ ਜਿਹੜੀ ਸੀਗੀ ਉਹ ਧੁੱਪਣ ਨਹੀਂ ਗਈ ਹੋਇਆ ਸੀ। ਹੁਣ ਫਿਲਿਪ ਕੀ ਕਰੇ? ਫਿਲਿਪ ਨੇ ਸੈਂਡਵਿਚਸ ਖਾਦੇ ਤੇ ਪੂਰੀ ਗੱਲ ਜਾ ਕੇ ਕਿਹਦੇ ਨਾਲ ਡਿਸਕਸ ਕੀਤੀ? ਆਪਣੇ ਪ੍ਰੋਫੈਸਰ। ਦੌੜਿਆ ਗਿਆ ਆਪਣੇ ਪ੍ਰੋਫੈਸਰ ਮਿਸਟਰ ਐਸਪਿਊਟਾ ਕੋ। ਉਹਨੇ ਮਿਸਟਰ ਐਸਪਿਊਟਾ ਨੂੰ ਸਾਰੀ ਗੱਲ ਦੱਸੀ। ਮਿਸਟਰ ਐਸਪਿਊਟਾ ਨੇ ਕਿਹਾ ਕਿ ਤੂੰ ਮੇਰੀ ਵਾਈਫ ਕੋ ਜਾ ਤੇ ਉਹਨਾਂ ਕੋਲ ਨਾ ਇੱਕ ਸ਼ਰਟ ਲੈ ਲੈ। ਹੁਣ ਫਿਲਿਪ ਚਲਾ ਗਿਆ ਮਿਸਿਸ ਐਸਪਿਊਟਾ ਕੋ। ਮਿਸਿਸ ਐਸਪਿਊਟਾ ਨੇ ਉਹਨੂੰ ਸ਼ਰਟ ਦਿੱਤੀ ਆਪਣੇ ਹਸਬੈਂਡ ਦੀ, ਮਤਲਬ ਕਿ ਪ੍ਰੋਫੈਸਰ ਮਿਸਟਰ ਐਸਪਿਊਟਾ ਦੀ। ਹੁਣ ਮਿਸਟਰ ਐਸਪਿਊਟਾ ਦੀ ਜਿਹੜੀ ਕਮੀਜ਼ ਸੀ ਉਹ ਤੇ ਫਿਲਿਪ ਨੂੰ ਬਹੁਤ ਵੱਡੀ ਆਣੀ ਸੀ। ਹੁਣ ਮਿਸਿਸ ਐਸਪਿਊਟਾ ਨੇ ਕੀ ਕੀਤਾ? ਉਸਨੂੰ ਸ਼ਰਟ ਤੇ ਦੇ ਦਿੱਤੀ, ਨਾਲ ਉਹ ਜਿਹੜੀ ਸ਼ਰਟ ਸੀ ਉਸਨੂੰ ਫਿੱਟ ਵੀ ਕਰਾ ਦਿੱਤੀ ਪਿੰਸ ਲਗਾ ਕੇ। ਹੁਣ ਫਿਲਿਪ ਜਦੋਂ ਤੱਕ ਸਕੂਲ ਪਹੁੰਚਿਆ ਕਨਸਰਟ ਸ਼ੁਰੂ ਹੋ ਚੁੱਕਾ ਸੀ। ਫਿਲਿਪ ਦੀ ਵਾਰੀ ਆ ਗਈ। ਫਿਲਿਪ ਜਦੋਂ ਵਾਇਲਿਨ ਵਜਾਉਣ ਲਈ ਸ਼ੁਰੂ ਹੋਇਆ, ਸਭ ਤੋਂ ਪਹਿਲੇ ਉਸਦੀ ਰਾਈਟ ਆਰਮ ਦੀ ਜਿਹੜੀ ਪਿੰਨ ਸੀ ਉਹ ਉਤਰ ਗਈ। ਇਸ ਦੇ ਨਾਲ ਉਹਦੀ ਸ਼ਰਟ ਢਿੱਲੀ ਹੋ ਗਈ। ਇਸ ਤਰ੍ਹਾਂ ਹੀ ਹੌਲੀ ਹੌਲੀ ਕਰਦੇ ਉਹਦੀ ਸਾਰੀਆਂ ਪਿੰਸ ਜਿਹੜੀ ਸੀ ਉਹ ਉਤਰਨ ਲੱਗ ਪਈਆਂ। ਉਹਦੀ ਸ਼ਰਟ ਬਹੁਤ ਢਿੱਲੀ ਹੋ ਗਈ। ਸ਼ਰਟ ਨੇ ਉਹਨੂੰ ਲਗਭਗ ਕਵਰ ਹੀ ਕਰ ਲਿਆ ਸੀ ਪੂਰਾ। ਹੁਣ ਲੋਕ ਉਹਦੇ ਹੱਸਣ ਲੱਗ ਪਏ। ਉਸ ਦਾ ਕੌਨਫੀਡੈਂਸ ਟੁੱਟ ਗਿਆ, ਘਬਰਾ ਗਿਆ, ਨਰਵਸ ਹੋ ਗਿਆ ਤੇ ਸਟੇਜ ਤੋਂ ਦੌੜ ਗਿਆ। ਫਿਰ ਉਸ ਤੋਂ ਬਾਅਦ ਖਾਣਾ ਖਾਣ ਦਾ ਟਾਈਮ ਹੋ ਗਿਆ। ਉਹ ਇੰਨਾ ਦੁਖੀ ਸੀ ਕਿ ਉਸਦਾ ਖਾਣਾ ਖਾਣ ਨੂੰ ਨਹੀਂ ਮਨ ਕਰ ਰਿਹਾ ਸੀ। ਹੁਣ ਐਸਪਿਊਟਾ ਨੇ, ਪ੍ਰੋਫੈਸਰ ਐਸਪਿਊਟਾ ਨੇ ਉਸਨੂੰ ਡਾਂਟਿਆ ਕਿ ਤੂੰ ਕਿੰਨਾ ਫੂਲਿਸ਼ ਹੈ ਕਿ ਤੂੰ ਬੇਸਬਾਲ ਖੇਡਣ ਚਲਾ ਗਿਆ ਆਪਣੇ ਕਨਸਰਟ ਵਾਲੇ ਦਿਨ। ਤੈਨੂੰ ਸ਼ਰਮ ਆਣੀ ਚਾਹੀਦੀ ਆਪਣੇ ਉੱਪਰ। ਇਸ ਤਰ੍ਹਾਂ ਦੇ ਵਰਡਸ ਮਿਸਟਰ ਐਸਪਿਊਟਾ ਨੇ ਫਿਲਿਪ ਨੂੰ ਯੂਜ਼ ਕੀਤੇ। ਹੁਣ ਵਿਚਾਰਾ ਜਦੋਂ ਆਈਸਕ੍ਰੀਮ ਖਾਣ ਲੱਗਦਾ ਤੇ ਮਿਸਟਰ ਐਸਪਿਊਟਾ ਉਸਨੂੰ ਗੁੱਸੇ ਨਾਲ ਆਈਸਕ੍ਰੀਮ ਖਾਣ ਤੋਂ ਵੀ ਰੋਕ ਦਿੰਦੇ। ਇਸ ਤਰ੍ਹਾਂ ਦੋਵਾਂ ਵਿੱਚ ਤਕਰਾਰ ਹੋ ਗਈ। ਜਦੋਂ 12 ਸਾਲ ਦਾ ਹੋ ਗਿਆ ਤੇ ਫਿਰ ਇਹ ਛੋਟੀ ਜਿਹੀ ਗੱਲ ਤੋਂ ਦੋਹਾਂ ਟੀਚਰ ਤੇ ਸਟੂਡੈਂਟ ਦੇ ਵਿੱਚ ਫਿਰ ਤੋਂ ਇੱਕ ਛੋਟਾ ਜਿਹਾ ਵਿਵਾਦ ਹੋ ਗਿਆ। ਇਸ ਨਾਲ ਜਿਹੜਾ ਉਸਦਾ ਮਨ ਸੀਗਾ ਫਿਲਿਪ ਦਾ, ਉਹ ਮਿਊਜ਼ਿਕ ਤੋਂ ਉੱਪਰੋਂ ਬਿਲਕੁਲ ਹਟ ਹੀ ਗਿਆ ਸੀ। ਹੁਣ ਫਿਲਿਪ ਘਰ ਗਿਆ ਤੇ ਉਸਨੇ ਕਿਹਾ ਕਿ ਉਹ ਮਿਊਜ਼ਿਕ ਸਕੂਲ ਨਹੀਂ ਹੋਰ ਮਿਊਜ਼ਿਕ ਹੋਰ ਨਹੀਂ ਸਿੱਖਣਾ ਚਾਹੁੰਦਾ। ਉਸਦੇ ਫਾਦਰ ਨੇ ਪੁੱਛਿਆ ਕਿ ਉਹਨੂੰ ਕੀ ਕਰਨਾ ਚਾਹੁੰਦਾ ਹੈ। ਉਸਨੇ ਕਿਹਾ ਕਿ ਉਹ ਬੇਕਰ ਬਣਨਾ ਚਾਹੁੰਦਾ। ਉਸਦੇ ਫਾਦਰ ਨੇ ਕਿਹਾ ਠੀਕ ਹੈ, ਮੈਂ ਕਿਸੇ ਬੇਕਰ को पता कर देना वा। पर उसके फादर ने ਨਾਲ ਆਏ ਕਿਹਾ ਕਿ ਬੇਕਰ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ, ਤੂੰ ਨਾਲ ਆਪਣੀ ਸਟੱਡੀ ਵੀ ਜਿਹੜੀ ਹੈ ਉਹਦੇ ਵੱਲ ਹੀ ਕੰਸੈਂਟਰੇਟ ਕਰਨਾ, ਤੂੰ ਆਪਣਾ ਸਕੂਲ ਵੀ ਰੈਗੂਲਰਲੀ ਜਾਣਾ। ਫਿਲਿਪ ਨੇ ਕਿਹਾ ਠੀਕ ਹੈ। ਫਿਰ ਉਸਦੇ ਫਾਦਰ ਜਿਹੜੇ ਨੇ ਉਹ ਚਾਵਲੀ ਬੇਕਰ ਦੇ ਉੱਤੇ ਪਤਾ ਕਰ ਦਿੰਦੇ ਨੇ ਕਿ ਉਹ ਉਸਦੇ ਬੇਟੇ ਨੂੰ ਬੇਕਰ ਦਾ ਕੰਮ ਸਿਖਾ ਦੇਵੇਗਾ। ਫਿਲਿਪ ਦੇ ਫਾਦਰ ਨੇ ਆ ਕੇ ਫਿਲਿਪ ਨੂੰ ਦੱਸਿਆ ਕਿ ਉਹਨਾਂ ਨੇ ਚਾਵ ਬੇਕਰ ਦੇ ਨਾਲ ਗੱਲ ਕਰ ਲਈ ਹੈ। ਫਿਲਿਪ ਸ਼ਾਮ ਨੂੰ ਉਹਨਾਂ ਕੋਲ ਚਲੇ ਗਿਆ। ਹੁਣ ਉੱਥੇ ਜਾ ਕੇ ਉਹ ਦੇਖਦਾ ਕਿ ਪਾਈਸ ਕਿੱਦਾਂ ਬਣਾਉਣੇ ਹੈ ਤੇ ਬ੍ਰੈਡ ਕਿੱਦਾਂ। ਫਿਲਿਪ ਉੱਥੇ ਜ਼ਿਆਦਾ ਤੇਜ਼ੀ ਨਾਲ ਬਹੁਤ ਮਾਤਰਾ ਵਿੱਚ ਜਦੋਂ ਬ੍ਰੈਡ ਬਣ ਰਹੀ ਸੀ ਉਹ ਵੀ ਦੇਖ ਕੇ ਹੈਰਾਨ ਹੋ ਰਿਹਾ ਸੀ। ਫਿਰ ਉਹ ਸਵੇਰ ਨੂੰ ਬ੍ਰੈਡ ਨੂੰ ਡਿਲੀਵਰ ਕਰਕੇ ਆਪਣੇ ਘਰ ਵਾਪਸ ਆ ਜਾਂਦਾ ਤੇ ਸਕੂਲ ਵੱਲ ਨੂੰ ਚਲੇ ਜਾਂਦਾ। ਫਿਰ ਸ਼ਾਮ ਉਹ ਇੰਨਾ ਥੱਕਿਆ ਹੁੰਦਾ ਕਿ ਉਸਦਾ ਬੇਸਬਾਲ ਖੇਡਣ ਨੂੰ ਨਹੀਂ ਮਨ ਕਰਦਾ। ਫਿਰ ਸ਼ਾਮ ਨੂੰ ਫਿਰ ਬੇਕਰੀ ਚਲੇ ਜਾਂਦਾ ਤੇ ਉਸ ਤਰ੍ਹਾਂ ਹੀ ਫਿਰ ਉਹਦੀ ਰੂਟੀਨ ਰਹਿੰਦੀ ਹੈ। ਅਗਲੇ ਦਿਨ ਬ੍ਰੈਡ ਦੀ ਡਿਲੀਵਰੀ ਕਰਕੇ ਘਰ ਆ ਕੇ ਨਾਸ਼ਤਾ ਕਰਕੇ ਸਕੂਲ ਨੂੰ ਚਲੇ ਜਾਂਦਾ। ਹੁਣ ਤੀਸਰੇ ਦਿਨ ਕੀ ਹੁੰਦਾ ਹੈ, ਸ਼ਾਮ ਨੂੰ ਬੇਕਰੀ ਜਾਂਦਾ ਤੇ ਉੱਥੇ ਕੀ ਹੁੰਦਾ, ਬੇਕਰ ਦਾ ਜਿਹੜਾ ਬੇਬੀ ਸੀ ਉਹ ਰੋਣ ਲੱਗ ਪੈਂਦਾ ਹੈ। ਬੇਕਰ ਦੀ ਵਾਈਫ ਨੇ ਉਹਨੂੰ ਆਰਡਰ ਦਿੱਤਾ ਕਿ ਉਹ ਕੀ ਕਰੇ, ਜਾ ਕੇ ਤੇ ਬੇਬੀ ਨੂੰ ਝੂਲਾ ਝੁਲਾਵੇ ਤੇ ਉਸਨੂੰ ਸੁਲਾਵੇ। ਹੁਣ ਉੱਥੇ ਝੂਲਾ ਝੁਲਾਉਂਦੇ ਹੋਏ ਫਿਲਿਪ ਦੀ ਅੱਖ ਲੱਗ ਜਾਂਦੀ, ਫਿਲਿਪ ਸੋ ਜਾਂਦਾ। ਹੁਣ ਬੇਬੀ ਰੋਂਦਾ ਰਹਿੰਦਾ, ਉਸਨੂੰ ਪਤਾ ਨਹੀਂ ਲੱਗਦਾ। ਹੁਣ ਫਿਰ ਉਸਦੀ ਬੇਬੀ ਦੀ ਮਦਰ ਯਾਨੀ ਕਿ ਚਾਵਲੀ ਬੇਕਰ ਦੀ ਵਾਈਫ ਆ ਜਾਂਦੀ ਹੈ। ਉਹ ਫਿਲਿਪ ਨੂੰ ਡਾਂਟਦੀ ਹੈ। ਹੁਣ ਉਸ ਤੋਂ ਬਾਅਦ ਕੀ ਹੁੰਦਾ, ਫਿਲਿਪ ਫਿਰ ਤੋਂ ਡਿਲੀਵਰੀ ਕਰਕੇ ਘਰ ਵਾਪਸ ਆ ਜਾਂਦਾ ਹੈ ਤੇ ਫਿਰ ਉਸਨੂੰ ਇੰਨੀ ਨੀਂਦ ਆਈ ਹੁੰਦੀ ਹੈ ਕਿ ਉਸਦਾ ਫਾਦਰ ਉਸਦੀ ਮਦਰ ਨੂੰ ਕਹਿ ਦਿੰਦਾ ਹੈ ਕਿ ਹੁਣ ਫਿਲਿਪ ਨੂੰ ਸੌਣ ਦਿਓ, ਹੁਣ ਇਹਨੂੰ ਕੋਈ ਉਠਾਇਓ ਨਾ। ਫਿਲਿਪ ਸੋ ਜਾਂਦਾ ਹੈ ਤੇ ਫਿਰ ਉਸਦੇ ਫਾਦਰ ਉਸਨੂੰ ਬਾਅਦ ਵਿੱਚ ਪੁੱਛਦੇ ਕਿ ਕੀ ਹੁਣ ਉਹ ਬੇਕਰ ਬਣਨਾ ਪਸੰਦ ਕਰੇਗਾ।
फिलिप का आंसर होता ना, वो बेकर बनना पसंद नहीं करेगा। फिर की होता है, फिलिप नू फिर तो म्यूजिक स्कूल वाल जाने का इंटरस्ट हो जाता है। फिलिप अपने फादर नू कहता है कि ਉਹਦੀ फिर तो म्यूजिक स्कूल में एडमिशन हो जाती है। इस तो बाद फिलिप ते मिस्टर एस्प्यूटा आपस में गुड फ्रेंड्स भी बन जाते हैं। फिलिप वायलिन बजाने में एकदम बिल्कुल ब्रिलियंट बॉय हो जाता है। फिर एक दिन होर की होता है कि उसनू सर्कस तो ऑफर आती है। वो जो वायलिन की प्रैक्टिस कर रहा सी, एक आदमी उन्होंने लगातार 5 मिनट तक देखता रहा। फिर उसने फिलिप ने पूछा कि वो सर्कस में ज्वाइन करना चाहेगा या कभी उसने सर्कस में ज्वाइन करने बारे सोचा है। तो फिलिप ने कहा कि उसके फादर उसको सर्कस ज्वाइन नहीं करने देंगे। उसने कहा कि तू मेरे नाल चल, 2-3 दिन उत्थे रह ते अपने फादर को लेटर लिख दे। फिलिप के मन में आ गया कि अगर वो डायरैक्टर बन जाए सर्कस का तो कितना वधिया हो जाए ट्रैवलिंग सर्कस दे नाल। उसने ये गल अपने बेस्ट फ्रेंड दे नाल कीती। उसके बेस्ट फ्रेंड का नाम एड दिता होया है ते उसने ये गल अपने बेस्ट फ्रेंड एड दे नाल कीती। हुण एड ने आ गल अपनी मदर नाल कर दित्ती कि वो सवेरे चले जाएगा। हुण उसने ये गल एड नाल कीती, एड ने करती अपनी मदर नाल। एड दी मदर ने गल करती फिलिप दी मदर नाल। हुण फिलिप दे घर गल पहुंच गई तो ਉਹਦੇ फादर तक गल पहुंच गई। हुण अगले दिन जिस फिलिप सो रहा सीगा ते सपने लै रहा सीगा सर्कस दा डायरैक्टर बनन दे, ते फिलिप दे फादर ने अचानक उसको आवाज मारी ते उसको उठाया कि वो अच्छे कपड़े पा लो। हुण एक गल देखी जाए कि जो बाहर कोई घूमन जाता संडे नूं तो उस दिन अच्छे कपड़े पाता है। फिलिप ने सोचा कि अज कोई संडे भी नहीं हैगा ते फिर मैनूं फादर ने क्यों कहा कि अच्छे कपड़े पा के आ ते चलिए। और अपनी फादर की गल मान के अच्छे कपड़े पा के फादर दे नाल चले जाते। दोवें जाते हैं ते फिलिप की देखदा कि वो किधर नूं जा रहे सी, वो यूनाइटेड स्टेट्स मरीन बैंड की तरफ जा रहे सी, मरीन बैरक्स वाल जा रहे सी। तो उस तो 1 घंटे बाद ही फिलिप नूं एक मरीन बैंड के ट्रेनर के रूप में भर्ती कर लिया। फिलिप ने कई साल मरीन बैंड में अपनी जिहड़ी ड्यूटी की। उसने कई प्रेसिडेंट्स नूं भी सर्व किया। आ यूनाइटेड स्टेट्स के जिहड़ा प्रेसिडेंट सीगा उन्हां दा सरकारी बैंड सीगा, उन्हां दा गवर्नमेंट बैंड सीगा। फिर फिलिप ने काफी साल तक एक ट्रेनर के रूप में अपनी ड्यूटी की। फिर कई साल बीत गए। आखिर में जोहन फिलिप सोसा जिहड़ा सीगा उसनूं मरीन बैंड दा जिहड़ा सीगा लीडर बना दिता। उसने अमेरिका के 5 ਵੱਖਰੇ राष्ट्रपतियां दा जिहड़ा सी ऑफिशियल बैंड सीगा, सरकारी बैंड सीगा, उस दे विच उसने एक लीडर बन के अपनी ड्यूटी निभाई। उन्हां दा बैंड मास्टर। इन्हां सालां विच कई बार उसका बैंड जिहड़ा सीगा वो विदेशां विच भी गया, उन्हां ने विदेशां विच भी ट्रैवल कीता ते इस तरह वो पूरे वर्ल्ड विच फेमस हो गया। वो कंपोजर के तौर पर भी बहुत फेमस सी। उसने 100 तो ज़्यादा 100 तो ज़्यादा ਜਿਹੜੇ बैंड ਦੇ ਜਿਹੜੇ म्यूजिक ਸੀਗੇ ਉਹਨੂੰ ਕੰਪੋਜ਼ ਕੀਤਾ ਸੀ, ਮਾਰਚਿਸ ਨੂੰ ਕੰਪੋਜ਼ ਕੀਤਾ ਸੀ। ਹੁਣ ਉਸਨੇ ਇੱਕ ਸਪੈਸ਼ਲ ਜਿਹੜਾ ਸੀਗਾ म्यूजिक ਮਾਰਚ ਜਿਹੜਾ ਸੀਗਾ ਉਹ ਵੀ ਕੰਪੋਜ਼ ਕੀਤਾ ਸੀਗਾ। ਉਹ ਉਸਨੇ ਕਿਦਨ ਗਾਇਆ, ਉਹ ਉਸਨੇ ਜਿੱਦਨ ਸੀਗਾ ਦਾ ਵਾਸ਼ਿੰਗਟਨ पोस्ट मार्च बैंड लगाया गया उदन उसने वो ਜਿਹੜਾ म्यूजिक ਸੀਗਾ ਕੰਪੋਜ਼ ਕੀਤਾ। दा वाशिंगटन पोस्ट नाम ਦੀ ਇੱਕ जर्नल आंदा है वाशिंगटन ते पूरे अमेरिका विच, ते वाशिंगटन पोस्ट दा जिस दिन मार्च सीगा उस दिन वो जिहड़ा कंपोज किया है जिहड़ा मार्च सीगा उसने उस दे राही परेड करवाई। इस तरह वो मार्च किंग दे नाम नाल पूरे अमेरिका विच ते पूरे वर्ल्ड विच जानिया जान लगा। जिहड़े उत्ते दर्शक बैठे सीगे, उत्ते जिहड़े ऑडियंस बैठे सी, उन्हां विचों काफी मुंडे जोहन फिलिप सोसा वर्गे बनना चाहुंदे सी। इस तरह तुहाडी चैप्टर की समरी खत्म होंदी है। अगली वीडियो दे विच आपां इस चैप्टर दे क्वेश्चन आंसर जिहड़े वो डिस्कस करांगे। देखने लई धन्नवाद। सबसक्राइब करना ना भूलियो, लाइक करियो, शेयर करियो।